ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪਾਰਲੀਮੈਂਟ ਵਿੱਚ ਬੋਲੇ ਟਰੂਡੋ, ਕਿਹਾ ਖਤਮ ਕਰੋ ਪ੍ਰਦਰਸ਼ਨ। ਮਜਬੂਰ ਹੋਏ ਆਟਵਾ ਨਿਵਾਸੀ ਹੁਣ ਛੱਡਣ ਲੱਗੇ ਘਰ। ਹੁਣ ਨਵੀਂ ਥਾਂ ਤੇ ਹੋ ਰਿਹਾ ਫੰਡ ਇਕੱਠਾ, ਜਮ੍ਹਾਂ ਹੋਏ ਕਈ ਮਿਲੀਅਨ। ਇਮੀਗ੍ਰੇਸ਼ਨ ਮੰਤਰੀ ਦਾ ਐਲਾਨ, ਜਲਦੀ ਲੱਗਣਗੇ ਫੈਮਿਲੀ ਵੀਜ਼ਾ। ਬ੍ਰਿਟਿਸ਼ ਕੋਲੰਬੀਆ ਤੋਂ ਨੌਕਰੀਆਂ ਬਾਰੇ ਜਾਣਕਾਰੀ, ਹੁਣ ਪੈਦਾ ਹੋਣਗੀਆਂ 1 ਮਿਲੀਅਨ ਨੌਕਰੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਟਰੱਕਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਸ ਨੂੰ ਹੁਣ ਖਤਮ ਕੀਤਾ ਜਾਣਾ ਚਾਹੀਦਾ ਹੈ। ਜੀ ਹਾਂ, ਐਮਰਜੈਂਸੀ ਡਿਬੇਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਾਊਸ ਆਫ ਕਾਮਨਸ ਵਿੱਚ ਇਹ ਬੋਲੇ ਨੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਪ੍ਰਦਰਸ਼ਨ ਚੱਲ ਰਿਹਾ ਹੈ, ਇਸ ਦਾ ਅਸਰ ਆਰਥਿਕਤਾ ਦੇ ਉੱਪਰ ਵੀ ਪੈ ਰਿਹਾ ਹੈ ਤੇ ਇਸ ਕਾਰਨ ਲੋਕਤੰਤਰ ਵੀ ਪ੍ਰਭਾਵਿਤ ਹੋ ਰਿਹਾ ਹੈ। ਤੇ ਪ੍ਰਧਾਨ ਮੰਤਰੀ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੋ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਹ ਹੁਣ ਖਤਮ ਹੋਣਾ ਚਾਹੀਦਾ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਕਿ ਇਸ ਸਮੇਂ ਜੋ ਟਰੱਕ ਡਰਾਈਵਰਸ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰ ਰਹੇ ਹਨ, ਇਹਨਾਂ ਵੱਲੋਂ ਆਰਥਿਕਤਾ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਅਸਰ ਡੈਮੋਕ੍ਰੇਸੀ ਦੇ ਉੱਪਰ ਪੈ ਰਿਹਾ ਹੈ ਅਤੇ ਨਾਲ ਹੀ ਇਸ ਨਾਲ ਆਮ ਜ਼ਿੰਦਗੀਆਂ ਵੀ ਪ੍ਰਭਾਵਿਤ ਹੋ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਹਿਣ ਮੁਤਾਬਕ ਇਹ ਹੁਣ ਰੋਕ ਦੇਣਾ ਚਾਹੀਦਾ ਹੈ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਟਵਾ ਵਿੱਚ ਕਰਵਾਈ ਗਈ ਐਮਰਜੈਂਸੀ ਡਿਬੇਟ ਅੰਦਰ ਹਿੱਸਾ ਲਿਆ ਗਿਆ। ਇਹ ਡਿਬੇਟ ਹਾਊਸ ਆਫ ਕਾਮਨਸ ਵਿੱਚ ਸੱਦੀ ਗਈ ਸੀ, ਜਿੱਥੇ ਪ੍ਰਦਰਸ਼ਨ ਦੇ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਆਰਸੀਐਮਪੀ ਵੱਲੋਂ ਜੋ ਰਿਕੁਐਸਟ ਕੀਤੀ ਗਈ ਸੀ, ਉਸ ਨੂੰ ਫੈਡਰਲ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਦਰਅਸਲ ਮੇਅਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਨਟਾਰੀਓ ਦੇ ਪ੍ਰੀਮੀਅਰ ਨੂੰ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਆਟਵਾ ਦੇ ਮੇਅਰ ਵੱਲੋਂ ਹੋਰ ਪੁਲਿਸ ਆਫੀਸਰਸ ਲਗਾਉਣ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮੰਗ ਨੂੰ ਫੈਡਰਲ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਦੇ ਉੱਪਰ ਹੀ ਕਾਫੀ ਖਰਚਾ ਆਉਣ ਵਾਲਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। We're worn down. None more worn down than our frontline health workers who've been going flat out for 2 years. But everyone's tired of having to wear masks, having to follow public health restrictions. Families like mine just last week that test positive, have to follow public health rules, have to isolate themselves. Nobody wants to do that. I don't know how many conversations parents have had to have with kids about not going to birthday parties, but not getting to have sleepovers. This pandemic has sucked for all Canadians. But Canadians know the way to get through it is to continue listening to science, continuing to lean on each other, continuing to be there for each other. Everyone's tired of COVID. ਆਟਵਾ ਵਿੱਚ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਦੇ ਖਿਲਾਫ ਹੈ। ਹੁਣ ਆਟਵਾ ਦੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ, ਜੋ ਸੜਕਾਂ ਉੱਤੇ ਹਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ। ਇਸ ਕਾਰਨ ਕਈ ਆਟਵਾ ਨਿਵਾਸੀ ਆਪਣਾ ਘਰ ਛੱਡਣ ਦੇ ਲਈ ਮਜਬੂਰ ਹੋ ਗਏ ਨੇ। ਲਾਜ਼ਮੀ ਵੈਕਸੀਨੇਸ਼ਨ ਨੀਤੀ ਖਿਲਾਫ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹੈ, ਪਰ ਇਸ ਦੌਰਾਨ ਹੁਣ ਆਟਵਾ ਨਿਵਾਸੀ ਡਾਊਨਟਾਊਨ ਛੱਡਣ ਲੱਗੇ ਨੇ। ਇਹਨਾਂ ਲੋਕਾਂ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ, ਇਸ ਦਾ ਕਾਰਨ ਵੀ ਉਹਨਾਂ ਨੇ ਦੱਸਿਆ। ਇਹਨਾਂ ਆਮ ਵਸਨੀਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇੱਥੇ ਪ੍ਰੋਟੈਸਟ ਚੱਲ ਰਿਹਾ, ਉਸ ਨਾਲ ਉਹ ਡਰੇ ਹੋਏ ਨੇ ਤੇ ਉਹ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਂ ਤੇ ਜਾਣ ਲਈ ਮਜਬੂਰ ਹਨ। ਜਾਣਕਾਰੀ ਲਈ ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ, ਇਸ ਦਾ ਟਰੱਕ ਡਰਾਈਵਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਟਵਾ ਵਿੱਚ ਅਜੇ ਵੀ ਪ੍ਰੋਟੈਸਟ ਜਾਰੀ ਹੈ। ਟਰੱਕ ਡਰਾਈਵਰਸ ਵੱਲੋਂ ਇਸ ਨੂੰ ਫ੍ਰੀडम ਰੈਲੀ ਦਾ ਨਾਮ ਦਿੱਤਾ ਗਿਆ ਹੈ। 29 ਜਨਵਰੀ ਨੂੰ ਇਹ ਟਰੱਕ ਡਰਾਈਵਰਸ ਆਟਵਾ ਪਹੁੰਚੇ। ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਪ੍ਰੋਟੈਸਟ ਜਾਰੀ ਹੈ। ਲਗਾਤਾਰ 10 ਦਿਨਾਂ ਦਾ ਸਮਾਂ ਹੋ ਚੁੱਕਿਆ ਹੈ ਜਦੋਂ ਡਾਊਨਟਾਊਨ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਖੜੇ ਟਰੱਕਾਂ ਕਾਰਨ ਲਗਾਤਾਰ ਹਾਰਨ ਅਤੇ ਡੀਜ਼ਲ ਦੇ ਧੂਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਨਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਸਲੀ ਟਿੱਪਣੀਆਂ ਸੁਣਨ ਨੂੰ ਮਿਲੀਆਂ ਤੇ ਕਈਆਂ ਵੱਲੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਡਾਊਨਟਾਊਨ ਦੇ ਲੋਕ ਸਰਕਾਰ ਅਤੇ ਪੁਲਿਸ ਦੇ ਰਵੱਈਏ ਤੋਂ ਵੀ ਨਾਖੁਸ਼ ਨਜ਼ਰ ਆ ਰਹੇ ਨੇ। ਉਧਰ ਦੂਜੇ ਪਾਸੇ ਇੱਕ ਅਜਿਹਾ ਫੈਸਲਾ ਵੀ ਆਇਆ, ਜਿਸ ਸੰਬੰਧੀ ਹੁਣ ਇੱਥੇ 10 ਦਿਨਾਂ ਦੇ ਲਈ ਹਾਰਨ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਜੱਜ ਵੱਲੋਂ ਸੁਣਾਇਆ ਗਿਆ। ਇਸ ਦੌਰਾਨ ਹੈਵੀ ਡਿਊਟੀ ਟੋਇੰਗ ਮਾਹਰਾਂ ਵੱਲੋਂ ਵੀ ਆਪਣੇ ਵਿਚਾਰ ਦੱਸੇ ਗਏ। ਉਨ੍ਹਾਂ ਕਿਹਾ ਕਿ ਡਾਊਨਟਾਊਨ ਵਿੱਚ ਫਸੇ ਸੈਂਕੜੇ ਭਾਰੀ ਟਰੱਕਾਂ ਨੂੰ ਹਟਾਉਣਾ ਉਸ ਸਮੇਂ ਤੱਕ ਮੁਸ਼ਕਿਲ ਜਾਂ ਅਸੰਭਵ ਹੋਵੇਗਾ ਜਦੋਂ ਤੱਕ ਡਰਾਈਵਰ ਇਸ ਦੀ ਇਜਾਜ਼ਤ ਨਹੀਂ ਦਿੰਦੇ। ਆਟਵਾ ਪੁਲਿਸ ਮੁਤਾਬਕ 500 ਭਾਰੀ ਟਰੱਕ ਰੈੱਡ ਜ਼ੋਨ ਵਿੱਚ ਹਨ।
ਇਸ ਤੋਂ ਇਲਾਵਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਇਸ ਮਾਮਲੇ ਸੰਬੰਧੀ ਹਾਊਸ ਆਫ ਕਾਮਨਸ 'ਚ ਐਮਰਜੈਂਸੀ ਬਹਿਸ ਦੀ ਮੰਗ ਕੀਤੀ ਗਈ ਸੀ, ਜੋ ਕਿ ਐਮਰਜੈਂਸੀ ਡਿਬੇਟ ਕਰਵਾਈ ਜਾ ਚੁੱਕੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਪ੍ਰਦਰਸ਼ਨ ਹੁਣ ਖਤਮ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੀ ਉਹ ਕਾਫੀ ਗੱਲਾਂ ਦਾ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ। ਉਧਰ ਟਰੱਕ ਡਰਾਈਵਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਕਰਨ, ਪਰ ਪ੍ਰਧਾਨ ਮੰਤਰੀ ਵੱਲੋਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਹੈ ਕਿ ਉਹ ਮੁਲਾਕਾਤ ਨਹੀਂ ਕਰਨਗੇ। GoFundMe ਵੱਲੋਂ ਫੰਡ ਦੇ ਉੱਪਰ ਰੋਕ ਲਗਾ ਦਿੱਤੀ ਗਈ ਤਾਂ ਹੁਣ ਨਵੇਂ ਪਲੇਟਫਾਰਮ ਦੇ ਉੱਪਰ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਫੰਡ ਦੇ ਨਾਲ ਜੋ ਫਿਊਲ ਦਾ ਖਰਚਾ ਹੈ ਤੇ ਇਸ ਤੋਂ ਬਾਅਦ ਖਾਣ ਪੀਣ ਦੀਆਂ ਚੀਜ਼ਾਂ ਦਾ ਖਰਚਾ ਜਿਹੜਾ ਹੈ ਉਹ ਦਿੱਤਾ ਜਾਵੇਗਾ। ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਡਿਟੇਲ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। GoFundMe ਵੱਲੋਂ ਫੰਡ ਰੋਕਿਆ ਗਿਆ ਤਾਂ ਫਰੀडम ਰੈਲੀ ਦੌਰਾਨ ਇੱਕ ਨਵੇਂ ਕਰਾਊਡ ਫੰਡਿੰਗ ਪਲੇਟਫਾਰਮ ਉੱਪਰ ਮਿਲੀਅਨ ਦਾ ਫੰਡ ਇਕੱਠਾ ਕੀਤਾ ਗਿਆ ਹੈ। ਜੀ ਹਾਂ, ਹੁਣ ਨਵੇਂ ਪਲੇਟਫਾਰਮ ਉੱਪਰ ਫੰਡ ਇਕੱਠਾ ਕੀਤਾ ਜਾ ਰਿਹਾ ਹੈ। GiveSendGo ਦੇ ਉੱਪਰ 69,661 ਡੋਨਰਸ ਵੱਲੋਂ ਫੰਡ ਦਿੱਤਾ ਗਿਆ, ਜਿਸ ਦੇ ਚੱਲਦਿਆਂ 6.3 ਮਿਲੀਅਨ $US ਇਕੱਠੇ ਹੋ ਚੁੱਕੇ ਹਨ। ਇਸ GiveSendGo ਨੂੰ #1FreeChristian ਕਰਾਊਡ ਫੰਡਿੰਗ ਸਾਈਟ ਦੱਸਿਆ ਜਾ ਰਿਹਾ ਹੈ। ਇਸ ਨਵੇਂ ਕੈਂਪੇਨ ਨਾਲ ਜੋ ਫੰਡ ਇਕੱਠਾ ਹੋਏਗਾ, ਇਸ ਨਾਲ ਟਰੱਕਰਸ ਦੇ ਫਿਊਲ ਦਾ ਖਰਚਾ ਕੱਢਿਆ ਜਾ ਸਕੇਗਾ। ਇਸ ਤੋਂ ਇਲਾਵਾ ਪ੍ਰਦਰਸ਼ਨ ਕਰਨ ਵਾਲੇ ਟਰੱਕਰਸ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਪਹੁੰਚਾਈਆਂ ਜਾ ਸਕਣਗੀਆਂ। ਦੱਸਦੀਏ ਕਿ ਹਾਲ ਹੀ ਵਿੱਚ GoFundMe ਵੱਲੋਂ ਵੱਡਾ ਫੈਸਲਾ ਕੀਤਾ ਗਿਆ। ਜੋ ਫੰਡ ਇਕੱਠਾ ਹੋਇਆ ਸੀ ਉਸ ਦੇ ਉੱਪਰ ਰੋਕ ਲਗਾ ਦਿੱਤੀ ਗਈ। ਇਸ ਦੇ ਪਿੱਛੇ ਕਾਰਨ ਵੀ GoFundMe ਵੱਲੋਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ ਸੀ, ਪਰ ਹੁਣ ਇੱਥੇ ਹਿੰਸਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਨੇ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਫੰਡ ਰੋਕ ਦਿੱਤਾ ਗਿਆ। ਤੇ ਹੁਣ ਇਹ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਵਿੱਚ ਪਤਾ ਚੱਲਿਆ ਕਿ ਨਵੀਂ ਪਲੇਟਫਾਰਮ ਦੇ ਉੱਪਰ ਹੁਣ ਫੰਡ ਇਕੱਠਾ ਹੋ ਰਿਹਾ ਹੈ। ਜਾਣਕਾਰੀ ਲਈ ਦੱਸੀਏ ਕਿ ਫੈਡਰਲ ਸਰਕਾਰ ਵੱਲੋਂ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ, ਟਰੱਕ ਡਰਾਈਵਰਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਕਈ ਦਿਨਾਂ ਤੋਂ ਇਹ ਪ੍ਰਦਰਸ਼ਨ ਜਾਰੀ ਹੈ। ਫੈਮਿਲੀ ਵੀਜ਼ਾ ਦੇ ਸੰਬੰਧ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੁਣ ਵੀਜ਼ਾ ਪ੍ਰੋਸੈਸਿੰਗ ਦਾ ਸਮਾਂ ਵੀ ਘੱਟ ਕੀਤਾ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਨਵੇਂ ਪੋਰਟਲ ਨੂੰ ਲਾਂਚ ਕੀਤਾ ਗਿਆ, ਜਿਸ ਨਾਲ ਫੈਮਿਲੀ ਵੀਜ਼ਾ ਜੋ ਹੈ ਉਸ ਦਾ ਸਟੇਟਸ ਕੀ ਹੈ, ਜਾਣੀ ਕਿ ਅਰਜ਼ੀ ਦਾ ਜਿਹੜਾ ਸਟੇਟਸ ਹੈ ਤੁਸੀਂ ਆਨਲਾਈਨ ਚੈੱਕ ਕਰ ਸਕੋਗੇ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸਪਾਊਸ ਵੀਜ਼ਾ ਵਾਸਤੇ ਐਲਾਨ ਕੀਤਾ ਗਿਆ ਸੀ ਤੇ ਹੁਣ ਜਿਹੜਾ ਹੈ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਫਾਈਲ ਦੀ ਪ੍ਰੋਸੈਸਿੰਗ ਵਿੱਚ ਸਮਾਂ ਲੱਗਦਾ ਸੀ ਉਸ ਨੂੰ ਵੀ ਘੱਟ ਕੀਤਾ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ, ਜੋ ਫੈਮਿਲੀ ਕਲਾਸ PR ਐਪਲੀਕੇਸ਼ਨਸ ਨਾਲ ਜੁੜਿਆ ਹੋਇਆ ਹੈ। ਇਸ ਸੰਬੰਧੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵਾਂ ਆਨਲਾਈਨ ਕੇਸ ਸਟੇਟਸ ਟਰੈਕਰ ਲਾਂਚ ਕੀਤਾ ਗਿਆ ਹੈ। ਜੀ ਹਾਂ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਡਿਜੀਟਲ ਕੇਸ ਸਟੇਟਸ ਟਰੈਕਰ ਦਾ ਐਲਾਨ ਕੀਤਾ ਗਿਆ। ਇਹ ਟਰੈਕਰ ਫੈਮਿਲੀ ਕਲਾਸ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਸਪਾਂਸਰਸ ਅਤੇ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਦੇ ਵਾਸਤੇ ਹੋਵੇਗਾ। ਇਸ ਨਾਲ ਉਹਨਾਂ ਨੂੰ ਇਹ ਫਾਇਦਾ ਹੋਵੇਗਾ ਕਿ ਉਹ ਆਸਾਨੀ ਨਾਲ ਐਪਲੀਕੇਸ਼ਨ ਦਾ ਸਟੇਟਸ ਆਨਲਾਈਨ ਘਰ ਬਹਿ ਕੇ ਵੀ ਚੈੱਕ ਕਰ ਸਕਣਗੇ। ਦੱਸਦੀਏ ਕਿ ਇਹ ਕਦਮ ਕੈਨੇਡਾ ਵੱਲੋਂ ਜੋ ਨਵਾਂ ਮਾਡਰਨਾਈਜ਼ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਐਲਾਨ ਕੀਤਾ ਗਿਆ ਉਸ ਸੰਬੰਧੀ ਚੁੱਕਿਆ ਗਿਆ ਹੈ। ਹਾਲ ਹੀ 'ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਇਮੀਗ੍ਰੇਸ਼ਨ ਸਿਸਟਮ ਨੂੰ ਮਾਡਰਨਾਈਜ਼ ਕਰਨ ਸੰਬੰਧੀ ਕੁਝ ਖਾਸ ਤੇ ਵੱਡੇ ਕਦਮ ਚੁੱਕੇ ਜਾਣਗੇ ਤਾਂ ਕਿ ਆਰਥਿਕਤਾ ਦੀ ਰਿਕਵਰੀ ਨੂੰ ਸਪੋਰਟ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕਲਾਇੰਟ ਐਕਸਪੀਰੀਅੰਸ ਵੀ ਸੁਧਰੇ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਪਾਊਸ, ਪਾਰਟਨਰ ਅਤੇ ਡਿਪੈਂਡੈਂਟ ਚਾਈਲਡ ਕੈਟਾਗਰੀਜ਼ ਵਾਸਤੇ ਇੱਕ ਟਰੈਕਰ ਲਾਂਚ ਕੀਤਾ ਸੀ ਤੇ ਹੁਣ ਫੈਮਿਲੀ ਕਲਾਸ PR ਐਪਲੀਕੇਸ਼ਨਸ ਵਾਸਤੇ ਵੀ ਅਜਿਹਾ ਕਦਮ ਚੁੱਕਿਆ ਗਿਆ। ਇਸ ਨਾਲ ਇਹ ਹੋਵੇਗਾ ਕਿ ਅਰਜ਼ੀਆਂ ਦੀ ਪ੍ਰੋਸੈਸਿੰਗ ਦੇ ਵਿੱਚ ਜੋ ਸਮਾਂ ਲੱਗਦਾ ਹੈ, ਉਸ ਪ੍ਰੋਸੈਸਿੰਗ ਦੇ ਸਮੇਂ ਨੂੰ ਵੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਾਈਲਾਂ ਦਾ ਜਲਦ ਫੈਸਲਾ ਸੁਣਾਇਆ ਜਾ ਸਕੇ, ਕਿਉਂਕਿ ਪਹਿਲਾਂ ਹੀ ਵਿਭਾਗ ਕੋਲ ਕਾਫੀ ਜ਼ਿਆਦਾ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਚੁੱਕਿਆ ਹੈ, ਜਿਸ ਬਾਰੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ। ਹੁਣ ਵਿਭਾਗ ਵੱਲੋਂ ਇਸ ਚੀਜ਼ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਫਾਈਲਾਂ ਦੇ ਉੱਪਰ ਜਲਦ ਫੈਸਲਾ ਸੁਣਾਇਆ ਜਾਵੇ, ਜਿਸ ਸੰਬੰਧੀ ਉਹਨਾਂ ਵੱਲੋਂ ਹੁਣ ਲਗਾਤਾਰ ਐਲਾਨ ਕੀਤੇ ਜਾ ਰਹੇ ਨੇ। ਪਹਿਲਾਂ ਸਪਾਊਸ ਵੀਜ਼ਾ ਵਾਲਿਆਂ ਲਈ ਐਲਾਨ ਹੋਇਆ ਤੇ ਹੁਣ ਫੈਮਿਲੀ ਕਲਾਸ PR ਐਪਲੀਕੇਸ਼ਨ ਸੰਬੰਧੀ ਵੀ ਇੱਕ ਪੋਰਟਲ ਲਾਂਚ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਆਸਾਨੀ ਨਾਲ ਤੁਸੀਂ ਘਰ ਬਹਿ ਕੇ ਵੀ ਆਪਣੀ ਅਰਜ਼ੀ ਦਾ ਸਟੇਟਸ ਚੈੱਕ ਕਰ ਸਕੋਗੇ। ਬ੍ਰਿਟਿਸ਼ ਕੋਲੰਬੀਆ ਤੋਂ ਨੌਕਰੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ 1 ਮਿਲੀਅਨ ਦੇ ਕਰੀਬ ਨੌਕਰੀਆਂ ਆਉਣਗੀਆਂ। ਜੀ ਹਾਂ, ਇਸ ਬਾਰੇ ਰਵੀ ਕਾਲੋ ਵੱਲੋਂ ਵੀ ਜਾਣਕਾਰੀ ਦਿੱਤੀ ਗਈ। ਕਿਸ ਸੈਕਟਰ ਦੇ ਬਾਰੇ ਉਹਨਾਂ ਵੱਲੋਂ ਕੀ ਗੱਲ ਕੀਤੀ ਗਈ ਹੈ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਨੌਕਰੀਆਂ ਨਾਲ ਜੁੜੀ ਹੋਈ ਬ੍ਰਿਟਿਸ਼ ਕੋਲੰਬੀਆ ਤੋਂ ਚੰਗੀ ਖਬਰ ਸਾਹਮਣੇ ਆਈ ਹੈ।
ਜਿੱਥੇ ਬ੍ਰਿਟਿਸ਼ ਕੋਲੰਬੀਆ ਦੀ ਲੇਬਰ ਮਾਰਕੀਟ ਆਊਟਲੁੱਕ ਵੱਲੋਂ 1 ਮਿਲੀਅਨ ਨੌਕਰੀਆਂ ਦੀ ਭਵਿੱਖਬਾਣੀ ਕੀਤੀ ਗਈ। ਇਨ੍ਹਾਂ ਵਿੱਚੋਂ 80% ਨੌਕਰੀਆਂ ਵਾਸਤੇ ਪੋਸਟ ਸੈਕੰਡਰੀ ਸਿੱਖਿਆ ਜਾਂ ਫਿਰ ਸਿਖਲਾਈ ਦੇ ਕੁਝ ਪੱਧਰ ਦੀ ਲੋੜ ਹੋਵੇਗੀ। ਬ੍ਰਿਟਿਸ਼ ਕੋਲੰਬੀਆ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਕਰਮਚਾਰੀਆਂ ਨੂੰ 2031 ਤੱਕ 1 ਮਿਲੀਅਨ ਨੌਕਰੀਆਂ ਖੁੱਲ੍ਹਣ ਦੀ ਭਵਿੱਖਬਾਣੀ ਨਾਲ ਤਾਲਮੇਲ ਰੱਖਣ ਵਾਸਤੇ ਨਵੇਂ ਹੁਨਰ ਅਤੇ ਗਿਆਨ ਬਣਾਉਣ ਦੀ ਲੋੜ ਹੋਵੇਗੀ। ਇਸ ਵਿੱਚੋਂ 63% ਲੋਕ ਉਹ ਹੋਣਗੇ ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ। 37% ਆਰਥਿਕ ਵਿਕਾਸ ਅਤੇ ਕੋਵਿਡ-19 ਪੈਂਡੈਮਿਕ ਦੀ ਰਿਕਵਰੀ ਦੁਆਰਾ ਪੈਦਾ ਕੀਤੀਆਂ ਨਵੀਆਂ ਨੌਕਰੀਆਂ ਹੋਣਗੀਆਂ। ਇਸ ਦੌਰਾਨ ਜੌਬਸ ਮਿਨਿਸਟਰ ਰਵੀ ਕਾਲੋ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਕੀ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। BC ਦੀ ਲੇਬਰ ਮਾਰਕੀਟ ਫੋਰਕਾਸਟ ਅਸੀਂ ਅੱਜ ਰਿਲੀਜ਼ ਕੀਤੀ ਆ ਤੇ ਜਿਹੜੇ ਮਾਡਲਿੰਗ ਆ ਉਹ ਸਾਨੂੰ ਇਹ ਪਤਾ ਵੀ 1 ਮਿਲੀਅਨ ਨਿਊ ਜੌਬਸ BC ਵਿੱਚ ਆਉਣੀਆਂ ਓਵਰ ਦ ਨੈਕਸਟ 10 ਇਅਰਸ। ਮੋਰ ਜੌਬਾਂ ਤੇ ਪੀਪਲ ਘੱਟ, ਸੋ ਬਹੁਤ ਵੱਡੀ ਚੈਲੰਜ ਹੈ ਸਾਡੀ ਇਕਨੋਮੀ ਲਈ, ਬਟ ਐਟ ਦ ਸੇਮ ਟਾਈਮ ਇਹ ਬਹੁਤ ਵਧੀਆ ਓਪਰਚੁਨਿਟੀ ਹੈ ਫॉर ਜਿਹੜੇ ਸਾਡੇ ਯੰਗ ਬੱਚੇ ਆ ਉਹਨਾਂ ਨੂੰ ਪਤਾ ਹੋਊਗਾ ਵੀ ਹੁਣ ਫਿਊਚਰ ਵਿੱਚ ਜੌਬਾਂ ਇੱਥੇ ਬਹੁਤ ਆ ਤੇ ਸਕੂਲ ਤੇ ਟ੍ਰੇਨਿੰਗ ਕਰਕੇ ਉਹ ਜੌਬਾਂ ਓਪਰਚੁਨਿਟੀਜ਼ ਉਹ ਟੇਕ ਕਰ ਸਕਦੇ ਆ। ਇੱਕ ਨਾਈਟ ਕਲੱਬ ਵਿੱਚ ਬਿਨਾਂ ਮਾਸਕ ਦੇ ਪਾਰਟੀ ਚੱਲ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਗਈ। 150 ਦੇ ਕਰੀਬ ਇਸ ਵਿੱਚ ਗੈਸਟ ਮੌਜੂਦ ਸਨ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਸੀ ਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਗਿਆ। ਜਦੋਂ ਪੁਲਿਸ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਉਹਨਾਂ ਨੇ ਫਿਰ ਆਰਗੇਨਾਈਜ਼ਰ ਨੂੰ ਭਾਰੀ ਜੁਰਮਾਨਾ ਲਗਾਇਆ। ਨਿਊ ਵੈਸਟਮਿੰਸਟਰ ਦੇ ਇੱਕ ਨਾਈਟ ਕਲੱਬ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਇਸ ਇਲੀਗਲ ਨਾਈਟ ਕਲੱਬ ਨੂੰ ਪੁਲਿਸ ਵੱਲੋਂ ਬੰਦ ਕਰਵਾ ਦਿੱਤਾ ਗਿਆ। ਇਸ ਕਲੱਬ ਦੇ ਵਿੱਚ ਕਾਫੀ ਜਾਣੇ ਬਿਨਾਂ ਮਾਸਕ ਦੇ ਸਨ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਦੋਂ ਉਹ ਪੈਟਰੋਲਿੰਗ ਦੇ ਉੱਪਰ ਸੀ ਤਾਂ ਉਹਨਾਂ ਦੇਖਿਆ ਕਿ ਨਿਊ ਵੈਸਟਮਿੰਸਟਰ ਦੇ ਇੱਕ ਨਾਈਟ ਕਲੱਬ ਵਿੱਚ ਕਾਫੀ ਜ਼ਿਆਦਾ ਲੋਕ ਇਕੱਠੇ ਸਨ ਤੇ ਉਹਨਾਂ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਮਾਮਲਾ 29 ਜਨਵਰੀ ਨੂੰ ਸਾਹਮਣੇ ਆਇਆ ਸੀ। ਇਸ ਬਿਲਡਿੰਗ ਦੇ ਅੰਦਰ ਅੰਦਾਜ਼ੇ ਮੁਤਾਬਕ 150 ਦੇ ਕਰੀਬ ਗੈਸਟ ਸਨ। ਇਹਨਾਂ ਵੱਲੋਂ ਡਾਂਸ ਫਲੋਰ ਦੇ ਉੱਪਰ ਡਾਂਸ ਕੀਤਾ ਜਾ ਰਿਹਾ ਸੀ। ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਸਮੇਂ ਪਬਲਿਕ ਹੈਲਥ ਆਰਡਰਸ ਲਾਗੂ ਨੇ, ਪਰ ਇੱਥੇ ਉਹਨਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਹੁਣ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਆਫੀਸਰਸ ਵੱਲੋਂ ਇਵੈਂਟ ਆਰਗੇਨਾਈਜ਼ਰ ਨੂੰ $575 ਦਾ ਭਾਰੀ ਜੁਰਮਾਨਾ ਲਗਾਇਆ ਗਿਆ। ਇਹ ਜੁਰਮਾਨਾ ਕੋਵਿਡ ਰਿਲੇਟਡ ਮੈਸ਼ਰਸ ਦੇ ਅਧੀਨ ਲਗਾ ਦਿੱਤਾ ਗਿਆ। ਹੁਣ ਪੁਲਿਸ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕਾਫੀ ਦਿਨਾਂ ਤੋਂ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲੇ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਨੇ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਬਾਰਡਰ ਦਾ ਰਸਤਾ ਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਸ ਰਸਤੇ ਆ ਰਹੇ ਨੇ ਉਹ ਇੱਥੇ ਆਉਣ ਤੋਂ ਪਰਹੇਜ਼ ਕਰਨ। ਟਰੱਕ ਡਰਾਈਵਰਸ ਵੱਲੋਂ ਇੱਕ ਵਾਰ ਫਿਰ ਤੋਂ ਬਾਰਡਰ ਰਾਹੀਂ ਰਸਤਾ ਬਲੌਕ ਕੀਤਾ ਜਾ ਰਿਹਾ ਹੈ। ਜੀ ਹਾਂ, ਸਦਰਨ ਐਲਬਰਟਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਵਾਰ ਫਿਰ ਤੋਂ ਟ੍ਰੈਫਿਕ ਰੋਕਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਐਲਬਰਟਾ RCMP ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਟਵੀਟ ਰਾਹੀਂ ਉਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨਾਰਥ ਅਤੇ ਸਾਊਥ ਵਾਰਡ ਲੇਨਸ ਨੂੰ ਬੰਦ ਕਰ ਦਿੱਤਾ ਗਿਆ, ਜੋ ਕਿ ਹਾਈਵੇ 4 ਦੇ ਬਾਰੇ ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਤੇ ਨਾਲ ਹੀ RCMP ਦਾ ਕਹਿਣਾ ਹੈ ਕਿ ਮੋਟਰਸਾਈਕਲਿਸਟ ਇਸ ਰਸਤੇ ਤੋਂ ਆਉਣ ਸੰਬੰਧੀ ਪਰਹੇਜ਼ ਕਰਨ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਟਰੱਕ ਡਰਾਈਵਰਸ ਲਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਐਲਾਨ ਕੀਤਾ ਗਿਆ, ਪਰ ਟਰੱਕ ਡਰਾਈਵਰਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਰਿਕੁਆਇਰਮੈਂਟ ਹਟਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਵੱਖ-ਵੱਖ ਸੂਬੇ ਵਿੱਚ ਲਗਾਈਆਂ ਗਈਆਂ ਕਰੋਨਾ ਪਾਬੰਦੀਆਂ ਚੁੱਕ ਦਿੱਤੀਆਂ ਜਾਣ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੀ ਵੀ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਵਾਰ ਕਹਿ ਚੁੱਕੇ ਨੇ ਕਿ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਨਹੀਂ ਕੀਤੀ ਜਾਏਗੀ ਤੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਊਸ ਆਫ ਕਾਮਨਸ ਵਿੱਚ ਇੱਕ ਵਾਰ ਫਿਰ ਤੋਂ ਆਪਣੇ ਵਿਚਾਰ ਰੱਖੇ। ਐਮਰਜੈਂਸੀ ਡਿਬੇਟ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਹੁਣ ਖਤਮ ਕਰ ਦੇਣਾ ਚਾਹੀਦਾ ਹੈ। ਕੋਰੋਨਾ ਵਾਇਰਸ ਦੇ ਕਾਰਨ ਸਸਕੈਚੁਆਨ ਵੱਲੋਂ ਬਾਕੀ ਸੂਬਿਆਂ ਦੀ ਤਰ੍ਹਾਂ ਹੀ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਹੁਣ ਸਸਕੈਚੁਆਨ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ। ਸੂਬੇ ਵਿੱਚ ਕਈ ਪਾਬੰਦੀਆਂ ਤੋਂ ਹੁਣ ਢਿੱਲ ਮਿਲੇਗੀ। ਕਿਹੜੀਆਂ ਪਾਬੰਦੀਆਂ ਵਿੱਚ ਰਾਹਤ ਮਿਲੇਗੀ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਕੋਰੋਨਾ ਪਾਬੰਦੀਆਂ ਦੇ ਸੰਬੰਧ ਵਿੱਚ ਸਸਕੈਚੁਆਨ ਵੱਲੋਂ ਹੁਣ ਰਾਹਤ ਦਿੱਤੀ ਜਾ ਰਹੀ ਹੈ, ਜਿੱਥੇ ਪ੍ਰੂਫ ਆਫ ਵੈਕਸੀਨੇਸ਼ਨ ਪਾਲਿਸੀ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਗਲੇ ਮਹੀਨੇ ਤੋਂ ਇੱਥੇ ਪ੍ਰੂਫ ਆਫ ਵੈਕਸੀਨੇਸ਼ਨ ਅਤੇ ਮਾਸਕਿੰਗ ਪਾਲਿਸੀਜ਼ ਨੂੰ ਹਟਾ ਦਿੱਤਾ ਜਾਵੇਗਾ, ਜਿਸ ਬਾਰੇ ਸਸਕੈਚੁਆਨ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ। ਇਸ ਬਾਰੇ ਬੋਲਦਿਆਂ ਪ੍ਰੀਮੀਅਰ ਵੱਲੋਂ ਕਿਹਾ ਗਿਆ ਕਿ 14 ਫਰਵਰੀ ਤੋਂ ਉਨ੍ਹਾਂ ਵੱਲੋਂ ਪ੍ਰੂਫ ਆਫ ਵੈਕਸੀਨੇਸ਼ਨ ਪਾਲਿਸੀ ਨੂੰ ਹਟਾਇਆ ਜਾ ਰਿਹਾ ਹੈ
ਤੇ ਮਾਸਕ ਰਿਕੁਆਇਰਮੈਂਟ ਅਜੇ ਫਰਵਰੀ ਮਹੀਨੇ ਦੇ ਆਖਿਰ ਤੱਕ ਜਾਰੀ ਰਹੇਗੀ। ਇਸ ਨੂੰ ਹਟਾਉਣ ਬਾਰੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਸੂਬੇ ਵਿੱਚ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ QR ਕੋਡ ਯਾਤਰਾ ਸੰਬੰਧੀ ਅਜੇ ਵੀ ਜਾਰੀ ਰਹਿਣਗੇ। ਜ਼ਿਕਰਯੋਗ ਹੈ ਕਿ ਪ੍ਰੂਫ ਆਫ ਵੈਕਸੀਨੇਸ਼ਨ ਨੀਤੀ ਦਾ ਐਲਾਨ ਸਤੰਬਰ ਮਹੀਨੇ ਕੀਤਾ ਗਿਆ ਸੀ। ਇੱਥੇ ਕਰੋਨਾ ਵਾਇਰਸ ਦੇ ਹਾਲਾਤਾਂ ਤੇ ਕਾਬੂ ਪਾਉਣ ਸੰਬੰਧੀ ਪ੍ਰੋਵਿੰਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਤੇ ਹੁਣ ਕਿਉਂਕਿ ਇੱਥੇ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਹੈ, ਇਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਪ੍ਰੀਮੀਅਰ ਵੱਲੋਂ ਨਵਾਂ ਐਲਾਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਬੂਸਟਰ ਸ਼ਾਟ ਵੀ ਉਪਲਬਧ ਹੈ ਤੇ ਕਾਫੀ ਲੋਕ ਇਸ ਸਮੇਂ ਕਰੋਨਾ ਵਾਇਰਸ ਦਾ ਤੀਸਰਾ ਟੀਕਾ ਜਾਣੀ ਕਿ ਬੂਸਟਰ ਸ਼ਾਟ ਲਗਵਾ ਰਹੇ ਨੇ। ਇਸ ਸੂਬੇ ਵਿੱਚ ਜਿਨ੍ਹਾਂ ਦੀ ਉਮਰ 12 ਸਾਲ ਤੋਂ 17 ਸਾਲ ਦੇ ਵਿਚਕਾਰ ਹੈ, ਉਹ ਵੀ ਬੂਸਟਰ ਸ਼ਾਟ ਹਾਸਲ ਕਰ ਸਕਦੇ ਨੇ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਪਾਬੰਦੀਆਂ ਲਗਾਈਆਂ ਸਨ। ਵੱਖ-ਵੱਖ ਸੂਬਿਆਂ ਵੱਲੋਂ ਸਖਤੀ ਕੀਤੀ ਗਈ। ਬਾਅਦ ਦੇ ਵਿੱਚ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਰਾਹਤ ਵੀ ਦਿੱਤੀ ਗਈ, ਪਰ ਫਿਰ ਓਮਿਕਰੌਨ ਵੇਰੀਐਂਟ ਦਾ ਫੈਲਾਅ ਹੋਇਆ, ਜਿਸ ਤੋਂ ਬਾਅਦ ਸੂਬੇ ਮੁੜ ਤੋਂ ਸਖਤੀ ਦਿਖਾਉਂਦੇ ਹੋਏ ਨਜ਼ਰ ਆਏ। ਪਰ ਹੁਣ ਕਿਉਂਕਿ ਵੈਕਸੀਨੇਸ਼ਨ ਰੇਟ ਇਨ੍ਹਾਂ ਸੂਬਿਆਂ ਵਿੱਚ ਕਾਫੀ ਜ਼ਿਆਦਾ ਹੈ ਤੇ ਕਰੋਨਾ ਪਾਬੰਦੀਆਂ ਲਗਾਇਆ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ, ਇਸ ਕਾਰਨ ਸੂਬਿਆਂ ਵੱਲੋਂ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕੱਲੇ ਸਸਕੈਚੁਆਨ ਹੀ ਨਹੀਂ ਬਲਕਿ ਹੋਰ ਵੀ ਕਈ ਪ੍ਰੋਵਿੰਸਸ ਵੱਲੋਂ ਸਖਤੀਆਂ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਓਨਟਾਰੀਓ ਅਤੇ ਕਿਊਬੈਕ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਸੀ, ਜਿੱਥੇ ਕਰੋਨਾ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਹੁਣ ਹੋਰ ਵੀ ਸੂਬੇ ਇਸ ਤਰ੍ਹਾਂ ਦਾ ਕਦਮ ਚੁੱਕਦੇ ਹੋਏ ਦਿਖਾਈ ਦੇ ਰਹੇ ਨੇ। ਮੈਟਰੋ ਸਟੇਸ਼ਨ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਵਿਕਟਮ ਨਹੀਂ ਮਿਲਿਆ। ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪੀਲ ਮੈਟਰੋ ਸਟੇਸ਼ਨ ਵਿੱਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪੀਲ ਮੈਟਰੋ ਸਟੇਸ਼ਨ ਤੇ ਜੋ ਗੋਲੀਬਾਰੀ ਹੋਈ ਹੈ, ਇਸ ਕਾਰਨ ਦੀਵਾਰ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਮਿਲੇ। ਹੁਣ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ 7:30 ਦੇ ਕਰੀਬ ਸਾਹਮਣੇ ਆਈ। ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਦੀਵਾਰ ਦੇ ਉੱਪਰ ਉਹਨਾਂ ਨੂੰ 2 ਗੋਲੀਆਂ ਦੇ ਨਿਸ਼ਾਨ ਮਿਲੇ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੋਲੀਆਂ ਉਸ ਸਮੇਂ ਚਲਾਈਆਂ ਗਈਆਂ ਜਦੋਂ ਕੁਝ ਲੋਕਾਂ ਦਾ ਆਪਸ ਵਿੱਚ ਝਗੜਾ ਹੋਇਆ। ਫਿਲਹਾਲ ਪੁਲਿਸ ਨੂੰ ਇਸ ਘਟਨਾ ਦੇ ਸੰਬੰਧ ਵਿੱਚ ਕੋਈ ਵੀ ਪੀੜਤ ਅਜੇ ਨਹੀਂ ਮਿਲਿਆ। ਪਹਿਲਾਂ ਜਾਂਚ ਦੌਰਾਨ ਇਸ ਮੈਟਰੋ ਸਟੇਸ਼ਨ ਨੂੰ ਬੰਦ ਕੀਤਾ ਗਿਆ ਸੀ, ਜਿਸ ਨੂੰ ਬਾਅਦ ਦੇ ਵਿੱਚ ਖੋਲ੍ਹ ਦਿੱਤਾ ਗਿਆ। ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਅਜੇ ਕੋਈ ਵੀ ਪੀੜਤ ਪੁਲਿਸ ਨੂੰ ਨਹੀਂ ਮਿਲਿਆ। ਹੁਣ ਬਾਕੀ ਦੀ ਜਾਣਕਾਰੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇਗੀ। ਪੁਲਿਸ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਬਜ਼ੁਰਗਾਂ ਦੇ ਵਾਸਤੇ ਹੈ। ਸਰੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਗ੍ਰੈਂਡਸਨ ਸਕੈਮ ਹੈ, ਜਿਸ ਦੇ ਨਾਲ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਸੰਬੰਧੀ ਉਹਨਾਂ ਨੂੰ 10 ਦੇ ਕਰੀਬ ਸ਼ਿਕਾਇਤਾਂ ਮਿਲ ਚੁੱਕੀਆਂ ਨੇ। ਪੁਲਿਸ ਵੱਲੋਂ ਇਸ ਬਾਰੇ ਹੋਰ ਕੀ ਦੱਸਿਆ ਗਿਆ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਸੀਨੀਅਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜੀ ਹਾਂ, ਸਰੀ ਆਰਸੀ MP ਵੱਲੋਂ ਆਮ ਲੋਕਾਂ ਨੂੰ ਗ੍ਰੈਂਡਸਨ ਸਕੈਮ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਕੈਮ ਦੇ ਰਾਹੀਂ ਬਜ਼ੁਰਗਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜਨਵਰੀ ਮਹੀਨੇ ਦੌਰਾਨ ਸਰੀ ਮਾਊਂਟੀਜ਼ ਨੂੰ ਇਸ ਸੰਬੰਧੀ 10 ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ 10 ਵਿੱਚੋਂ 3 ਅਜਿਹੇ ਮਾਮਲੇ ਸਨ ਜਿਸ ਦਾ ਸ਼ਿਕਾਰ ਬਜ਼ੁਰਗ ਹੋ ਗਏ ਤੇ ਉਹਨਾਂ ਨੂੰ $1,39,000 ਦਾ ਘਾਟਾ ਪਿਆ। ਪੁਲਿਸ ਦਾ ਕਹਿਣਾ ਹੈ ਕਿ ਸੀਨੀਅਰ ਸਿਟੀਜ਼ਨਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਜਿਹੜਾ ਕਾਲ ਕਰਦਾ ਹੈ ਉਹ ਆਪਣੇ ਆਪ ਨੂੰ ਪੋਤਾ ਦੱਸਦਾ ਹੈ। ਪੁਲਿਸ ਦੇ ਦੱਸਣ ਮੁਤਾਬਕ ਸਸਪੈਕਟ ਵੱਲੋਂ ਬਜ਼ੁਰਗਾਂ ਨੂੰ ਫੋਨ ਕਰਕੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਪੋਤਾ ਅਰੈਸਟ ਹੋ ਗਿਆ ਤੇ ਉਸ ਨੂੰ ਬੇਲ ਦੀ ਜ਼ਰੂਰਤ ਹੈ, ਜਿਸ ਵਾਸਤੇ ਪੈਸਾ ਭੇਜਿਆ ਜਾਵੇ। ਹੁਣ ਪੁਲਿਸ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਕਾਲ ਆਉਂਦੀ ਹੈ ਤਾਂ ਆਪਣੀ ਪਰਸਨਲ ਜਾਣਕਾਰੀ ਫੋਨ ਉੱਪਰ ਕਿਸੇ ਨਾਲ ਵੀ ਸਾਂਝੀ ਨਾ ਕੀਤੀ ਜਾਵੇ ਤੇ ਆਪਣਾ ਇਸ ਧੋਖੇ ਦਾ ਸ਼ਿਕਾਰ ਹੋਣ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਇਸ ਸਕੈਮ ਦਾ ਸ਼ਿਕਾਰ ਹੋਇਆ ਜਾਂ ਫਿਰ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੈ ਤਾਂ ਸਰੀ ਆਰਸੀ MP ਨਾਲ 6045990502 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰ ਸਕਦਾ ਹੈ। ਕਿਊਬੈਕ ਵੱਲੋਂ ਵੀ ਬਾਕੀ ਸੂਬਿਆਂ ਵਾਂਗ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਹੁਣ ਇਹਨਾਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ। ਕਿਹੜੀਆਂ ਰੈਸਟ੍ਰਿਕਸ਼ਨ ਜਾਰੀ ਰਹਿਣਗੀਆਂ ਤੇ ਕਿਹੜੀਆਂ ਰੈਸਟ੍ਰਿਕਸ਼ਨਸ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਢਿੱਲ ਦਿੱਤੀ ਜਾ ਰਹੀ ਹੈ। ਇੱਥੇ ਅਲੱਗ-ਅਲੱਗ ਦਿਨ ਕੁਝ ਪਾਬੰਦੀਆਂ ਹਟਾਈਆਂ ਜਾਣਗੀਆਂ। ਫਰਵਰੀ 12 ਨੂੰ ਪ੍ਰਾਈਵੇਟ ਗੈਦਰਿੰਗ ਦੇ ਉੱਪਰ ਕੋਈ ਵੀ ਲਿਮਿਟ ਨਹੀਂ ਰਹੇਗੀ। ਰੈਸਟੋਰੈਂਟ ਵਿੱਚ 10 ਜਾਣੇ ਬੈਠ ਸਕਣਗੇ। ਕੇਅਰ ਗਿਵਰਸ ਆਪਣੇ ਲਵਡ ਵਨਸ ਕੋਲ ਵੈਕਸੀਨ ਪਾਸਪੋਰਟ ਦੀ ਮਦਦ ਨਾਲ ਜਾ ਸਕਣਗੇ।
ਇਸ ਤੋਂ ਬਾਅਦ 14 ਫਰਵਰੀ ਨੂੰ ਵੀ ਕੁਝ ਰਾਹਤ ਦਿੱਤੀ ਜਾਵੇਗੀ, ਜਿਸ ਬਾਰੇ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਇਸ ਸੂਬੇ ਵਿੱਚ ਜਿਮ ਅਤੇ ਸਪਾ ਮੁੜ ਤੋਂ ਖੋਲ੍ਹਣ ਜਾ ਰਹੇ ਨੇ, ਜਿਸ ਵਾਸਤੇ 50% ਕੈਪੈਸਿਟੀ ਦੀ ਇਜਾਜ਼ਤ ਹੋਵੇਗੀ। ਇੰਡੋਰ ਸਪੋਰਟਸ ਹੁਣ ਸਾਰਿਆਂ ਵਾਸਤੇ ਖੋਲ੍ਹੀਆਂ ਜਾਣਗੀਆਂ। ਫਿਲਹਾਲ ਕੰਪੀਟੀਸ਼ਨ ਅਤੇ ਟੂਰਨਾਮੈਂਟਸ ਦੇ ਉੱਪਰ ਰੋਕ ਰਹੇਗੀ। ਆਊਟਡੋਰ ਸ਼ੋਅ ਵਿੱਚ 5000 ਦੇ ਕਰੀਬ ਲੋਕ ਆ ਸਕਣਗੇ। 21 ਫਰਵਰੀ ਤੋਂ ਸਾਰੇ ਸਟੋਰ 100% ਕੈਪੈਸਿਟੀ ਨਾਲ ਮੁੜ ਤੋਂ ਖੋਲ੍ਹੇ ਜਾ ਸਕਣਗੇ। ਧਾਰਮਿਕ ਥਾਵਾਂ ਉੱਪਰ ਗੈਦਰਿੰਗ ਹੋ ਸਕੇਗੀ। ਥੀਏਟਰ ਅਤੇ ਸ਼ੋਰੂਮਸ ਨੂੰ 50% ਕੈਪੈਸਿਟੀ ਨਾਲ ਖੋਲ੍ਹਿਆ ਜਾ ਸਕੇਗਾ। 28 ਫਰਵਰੀ ਤੋਂ ਟੈਲੀਵਰਕਿੰਗ ਜ਼ਰੂਰੀ ਨਹੀਂ ਹੋਵੇਗੀ, ਪਰ ਰეკਮੈਂਡੇਸ਼ਨ ਬਰਕਰਾਰ ਰਹੇਗੀ। ਧਾਰਮਿਕ ਥਾਵਾਂ ਅਤੇ ਸ਼ੋਰੂਮਸ ਨੂੰ 100% ਕੈਪੈਸਿਟੀ ਨਾਲ ਖੋਲ੍ਹਿਆ ਜਾ ਸਕੇਗਾ। ਬਾਰ ਅਤੇ ਕਸੀਨੋ 50% ਕੈਪੈਸਿਟੀ ਨਾਲ ਮੁੜ ਤੋਂ ਖੋਲ੍ਹੇ ਜਾਣਗੇ। ਸਪੋਰਟਸ ਕੰਪੀਟੀਸ਼ਨ ਅਤੇ ਟੂਰਨਾਮੈਂਟਸ ਦੀ ਇਜਾਜ਼ਤ ਹੋਵੇਗੀ। 14 ਮਾਰਚ ਤੋਂ ਬਾਰ ਵਿੱਚ ਡਾਂਸ ਦੀ ਇਜਾਜ਼ਤ ਹੋਵੇਗੀ ਅਤੇ ਇਹ 100% ਸਮਰੱਥਾ ਨਾਲ ਖੁੱਲ੍ਹ ਸਕਣਗੇ। ਰੈਸਟੋਰੈਂਟ, ਸ਼ੋਰੂਮ ਅਤੇ ਵੱਡੇ ਵੈਨਿਊ ਨੂੰ ਪੂਰੀ ਕੈਪੈਸਿਟੀ ਨਾਲ ਖੋਲ੍ਹਿਆ ਜਾ ਸਕੇਗਾ। With the decrease in hospitalization we saw in the last few weeks, we asked public health authorities for a reopening plan. It's an important step, and I want to thank Quebecers for all their efforts. Starting February 12th, there won't be a mandatory limit for private gatherings, but we recommend to limit yourself to 10 people or 3 bubbles. We ask you to evaluate your risks. We need to learn to live with the virus. Also on February the 12th, restaurants will have tables of 10 people or 3 bubbles. Starting February 14, we'll restart sports matches. Outdoor shows will also be allowed to host up to 5,000 people. Starting February 21, all stores will be allowed to operate at full capacity. For amphitheaters, it will be 50% capacity, and for places of worship, it will be 50% capacity with a maximum of 500 people. Starting February the 28th, we'll restart competitions and sport tournaments. It won't be mandatory to work from home anymore. Amphitheaters and places of worship will reopen at full capacity except for Bell Center and Video Center, and will reopen bars and casinos at 50% capacity without dance and karaoke. ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ? ਕੈਨੇਡਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੀ ਕੀ ਸਥਿਤੀ ਹੈ? 24 ਘੰਟਿਆਂ ਦੌਰਾਨ ਕਿਸ ਸੂਬੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ? ਜਾਣਕਾਰੀ ਤੁਹਾਨੂੰ ਦੇਵਾਂਗੇ ਅਸੀਂ ਇਸ ਖਬਰ ਵਿੱਚ। ਓਨਟਾਰੀਓ ਵਿੱਚ ਅੱਜ ਘੱਟ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਅਤੇ 24 ਘੰਟਿਆਂ ਦੌਰਾਨ 42 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਸਰਕਾਰੀ ਅੰਕੜੇ ਮੁਤਾਬਕ ICU ਵਿੱਚ 474 ਦੀ ਗਿਣਤੀ ਦੱਸੀ ਜਾ ਰਹੀ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਹੁਣ ਤੱਕ ਓਨਟਾਰੀਓ ਵਿੱਚ ਕੁੱਲ 11,878 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਬੀਤੇ 24 ਘੰਟਿਆਂ ਦੌਰਾਨ 2,092 ਕੇਸਿਸ ਦਰਜ ਕੀਤੇ ਗਏ, ਜੋ ਕਿ ਪਹਿਲਾਂ ਦੇ ਮੁਕਾਬਲੇ ਘੱਟ ਕੇਸਿਸ ਦੀ ਗਿਣਤੀ ਹੈ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 14.2% ਦਰਜ ਕੀਤਾ ਗਿਆ। ਇਸ ਦੀ ਜਾਣਕਾਰੀ ਮਿਨਿਸਟਰੀ ਆਫ ਹੈਲਥ ਵੱਲੋਂ ਸਾਂਝੀ ਕੀਤੀ ਗਈ ਹੈ। ਓਨਟਾਰੀਓ ਵਿੱਚ ਪੈਂਡੈਮਿਕ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ 10 ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ ਟੋਰਾਂਟੋ ਤੋਂ 328, ਪੀਲ ਰੀਜਨ ਤੋਂ 198, ਆਟਵਾ ਤੋਂ 152, ਯਾਰਕ ਰੀਜਨ ਤੋਂ 130, ਨਾਇਗਰਾ ਰੀਜਨ ਤੋਂ 116, ਕਿੰਗਸਟਨ ਤੋਂ 109 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 92.1% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼, 99.5% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਕਿਊਬਿਕ ਦੇ ਹਸਪਤਾਲ ਵਿੱਚ 2000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਦੱਸੀ ਗਈ ਹੈ ਤੇ ਇੰਟੈਂਸਿਵ ਕੇਅਰ ਅਧੀਨ 178 ਹਨ। ਸੂਬੇ ਵਿੱਚ 24 ਘੰਟਿਆਂ ਦੌਰਾਨ 2504 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 56 ਮੌਤਾਂ ਇਸ ਵਾਇਰਸ ਕਾਰਨ ਦਰਜ ਕੀਤੀਆਂ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 8,85,696 ਕੇਸਿਸ ਸਾਹਮਣੇ ਆ ਚੁੱਕੇ ਨੇ। 13,551 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼, 85% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਅਤੇ 48% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਜਾਣੀ ਕਿ ਬੂਸਟਰ ਡੋਜ਼ ਵੀ ਹਾਸਲ ਕਰ ਲਈ ਗਈ ਹੈ। ਕੈਨੇਡਾ ਵਿੱਚ ਹੁਣ ਤੱਕ ਕੁੱਲ 30 ਲੱਖ ਤੋਂ ਵੱਧ ਕੇਸਿਸ ਦਰਜ ਕੀਤੇ ਜਾ ਚੁੱਕੇ ਨੇ। 33,000 ਤੋਂ ਵੱਧ ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਕੈਨੇਡਾ ਵਿੱਚ ਇੱਕ ਵੱਡਾ ਅੰਕੜਾ ਹੈ ਰਿਕਵਰਡ ਕੇਸਿਸ ਦਾ।
ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪਾਰਲੀਮੈਂਟ ਵਿੱਚ ਬੋਲੇ ਟਰੂਡੋ, ਕਿਹਾ ਖਤਮ ਕਰੋ ਪ੍ਰਦਰਸ਼ਨ। ਮਜਬੂਰ ਹੋਏ ਔਟਵਾ ਨਿਵਾਸੀ ਹੁਣ ਛੱਡਣ ਲੱਗੇ ਘਰ। ਹੁਣ ਨਵੀਂ ਥਾਂ ਤੇ ਹੋ ਰਿਹਾ ਫੰਡ ਇਕੱਠਾ, ਜਮ੍ਹਾਂ ਹੋਏ ਕਈ ਮਿਲੀਅਨ। ਇਮੀਗ੍ਰੇਸ਼ਨ ਮੰਤਰੀ ਦਾ ਐਲਾਨ, ਜਲਦੀ ਲੱਗਣਗੇ ਫੈਮਿਲੀ ਵੀਜ਼ਾ। ਬ੍ਰਿਟਿਸ਼ ਕੋਲੰਬੀਆ ਤੋਂ ਨੌਕਰੀਆਂ ਬਾਰੇ ਜਾਣਕਾਰੀ, ਹੁਣ ਪੈਦਾ ਹੋਣਗੀਆਂ 1 ਮਿਲੀਅਨ ਨੌਕਰੀਆਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।